ਮੈਂ ਸੋਚਿਆ ਕਿ ਜਦ ਲੋਕ ਇਹ ਕਹਿੰਦੇ ਹਨ ਕਲਯੁਗੀ ਭਾਈ ਅੱਜ ਕੱਲ੍ਹ ਨਾ ਔਲਾਦ ਆਪਣੀ, ਨਾ ਭੈਣ ਭਾਈ, ਨਾ ਕੋਈ ਰਿਸ਼ਤੇਦਾਰ, ਫਿਰ ਇਹਨਾਂ ਮਾਂ ਜਾਂ ਪਿਓ ਕਿਉਂ ਨਹੀਂ ਆਉਂਦੇ? ਕਿਉਂਕਿ ਸਾਰੇ ਲੋਕ ਹਮੇਸ਼ਾ ਇਹੀ ਕਹਿੰਦੇ ਹਨ ਔਲਾਦ ਹੀ ਹਮੇਸ਼ਾ ਗਲਤ ਹੁੰਦੀ ਹੈ। ਕਿ ਮਾਂ ਬਾਪ ਗਲਤ ਨਹੀਂ ਹੋ ਸਕਦੇ, ਮਾਂ ਗਲਤ ਨਹੀਂ ਹੋ ਸਕਦੀ? ਕਿ ਦੋਨੇ ਹੀ ਮਾਂ ਬਾਪ ਗਲਤ ਨਹੀਂ ਹੋ ਸਕਦੇ? ਕਿਉਂਕਿ ਸਾਰੇ ਲੋਕਾਂ ਦੀ ਆਪਣੀ ਇਹ ਹੀ ਸੋਚ ਬਣਾ ਰੱਖੀ ਹੈ ਕਿ ਹਮੇਸ਼ਾ ਔਲਾਦ ਨੇ ਹੀ ਗਲਤ ਹੋਣਾ ਹੈ। ਪਰ ਇਹ ਸੋਚ ਗਲਤ ਹੈ। ਜਿੱਥੇ ਔਲਾਦ ਦੀ ਗਲਤੀ ਉੱਥੇ ਸਾਰੇ ਟੁੱਟ ਕੇ ਔਲਾਦ ਨੂੰ ਪੈ ਜਾਂਦੇ, ਪਰ ਜਿੱਥੇ ਮਾਪਿਆਂ ਦੀ ਗਲਤੀ ਉੱਥੇ ਉਹਨਾਂ ਨੂੰ ਕੌਣ ਸਮਝਾਵੇ? ਚਾਚੇ ਤਾਏ, ਚਾਚੀਆਂ ਜਾਂ ਤਾਈਆਂ, ਕੌਣ ਕਹੇਗਾ ਕਿ ਰਾਣੀਏ ਅੱਗਾ ਢੱਕ ਲੈ? ਮੈਨੂੰ ਪਤਾ ਮੇਰੀ ਇਹ ਕਹਾਣੀ ਪੜ੍ਹ ਕੇ ਜ਼ਿਆਦਾਤਰ ਲੋਕਾਂ ਨੂੰ ਬੁਰਾ ਲੱਗਣਾ, ਕਈਆਂ ਨੇ ਤਾਂ ਗਾਲਾਂ ਵੀ ਕੱਢਣੀਆਂ, ਪਰ ਜੋ ਸੱਚ ਹੈ ਉਹ ਤਾਂ ਸੱਚ ਹੀ ਹੈ, ਸੱਚ ਹੀ ਰਹਿੰਦਾ ਹੈ, ਬਦਲਿਆ ਨਹੀਂ ਜਾ ਸਕਦਾ। ਇਹ ਇੱਕ ਸੱਚੀ ਘਟਨਾ 'ਤੇ ਆਧਾਰਿਤ ਕਹਾਣੀ ਹੈ ਜਿਸ ਵਿੱਚ ਬਾਪ ਨੇ ਆਪਣੇ ਇੱਕ ਪੁੱਤਰ ਨਾਲ ਮੋਹ ਕਰਕੇ ਸਾਰੀ ਜਾਇਦਾਦ ਉਸ ਨੂੰ ਦੇ ਦਿੱਤੀ। ਆਪਣੇ ਦੋਵੇਂ ਵੱਡੇ ਪੁੱਤਰਾਂ ਨੂੰ ਸ਼ਰੀਕੇ ਦੀ ਚੁੱਕ ਕੇ ਕੁਝ ਨਾ ਦਿੱਤਾ। ਪੰਚਾਇਤਾਂ ਕਰਕੇ ਕੁਝ ਕੁ ਤਾਂ ਮਿਲਿਆ, ਪਰ ਅਸਲ ਹੱਕ ਤੋਂ ਅੱਧ। ਦੂਜੇ ਪੁੱਤਰਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ, ਲੋਕਾਂ ਦੀ ਚੁੱਕ ਕਰਕੇ, ਸ਼ਰੀਕਾਂ ਦੀ ਚੁੱਕ ਕਰਕੇ। ਇਸ ਕਰਕੇ ਇਹ ਸਾਡੇ ਤੋਂ ਅੱਗੇ ਨਾ ਲੰਘ ਜਾਣ। ਏਕਤਾ ਕਿਉਂ ਹੈ? ਸਿਆਣੇ ਕਹਿੰਦੇ ਹਨ ਕਿ ਮੂਲ ਤੋਂ ਵਿਆਜ ਅਧਿਕ ਪਿਆਰਾ ਹੁੰਦਾ, ਪਰ ਬਾਪ ਨੇ ਕੋਈ ਪੋਤਰੇ ਨਹੀਂ ਦੇਖੇ। ਮੇਰਾ ਸੋਚਣਾ ਹੈ ਕਿ ਕਹਾਣੀ ਸੱਚੀ ਲਿਖੋ ਜਿਸ ਨੂੰ ਪੜ੍ਹ ਕੇ ਕਿਸੇ ਨੂੰ ਕੋਈ ਸਿੱਖਿਆ ਮਿਲੇ। ਸ਼ਾਇਦ ਇਹ ਕਹਾਣੀ ਪੜ੍ਹ ਕੇ ਉਹ ਮਾਪੇ ਆਪਣੇ ਔਲਾਦਾਂ 'ਚ ਫਰਕ ਨਾ ਕਰਨ ਜੋ ਇੱਕ ਔਲਾਦ ਨੂੰ ਸਭ ਕੁਝ ਦੇ ਦਿੰਦੇ ਨੇ ਤੇ ਦੂਜੀ ਨੂੰ ਕੁਝ ਵੀ ਨਹੀਂ ਦਿੰਦੇ, ਇੱਥੋਂ ਤੱਕ ਕਿ ਛੋਟੇ ਛੋਟੇ ਬੱਚਿਆਂ ਸਮੇਤ ਘਰੋਂ ਕੱਢ ਦਿੰਦੇ ਹਨ। ਇਸ ਕਹਾਣੀ ਅਨੁਸਾਰ ਇਹ ਘਟਨਾਵਾਂ ਦਾ ਜ਼ਿੰਮੇਵਾਰ ਹਨ ਚਾਚੇ ਤਾਏ ਜਾਂ ਚਾਚੀਆਂ ਤਾਈਆਂ, ਜਾਂ ਇਸ ਤਰ੍ਹਾਂ ਕਹਿ ਲਵੋ ਸ਼ਰੀਕਾ, ਜੋ ਖੂਨ ਦੇ ਰਿਸ਼ਤੇ 'ਚ ਜਿੰਨਾ ਨਜ਼ਦੀਕ ਓਨਾ ਹੀ ਜ਼ਿੰਮੇਵਾਰ। ਅਜਿਹੇ ਕੇਸਾਂ ਵਿੱਚ 99% ਬਜ਼ੁਰਗ ਅਖੀਰ 'ਚ ਪਛਤਾਉਂਦੇ, ਪਰ ਕਰ ਕੁਝ ਨਹੀਂ ਸਕਦਾ। ਜਿਨ੍ਹਾਂ ਨੂੰ ਕੁਝ ਦਿੱਤਾ ਨਹੀਂ ਉਹ ਸਾਂਭਣਗੇ ਨਹੀਂ, ਹੱਕ ਵੀ ਨਹੀਂ। ਜਿਸ ਨੂੰ ਦਿੱਤਾ ਉਹ ਸਾਂਭ ਸੰਭਾਲ ਨਾ ਕੀਤੀ। ਬਜ਼ੁਰਗਾਂ ਦੇ ਮਰਨ 'ਤੇ ਇਹ ਹੀ ਲੋਕ ਗਾਲਾਂ ਕੱਢਦੇ ਹਨ, ਉਹ ਗਲਤ ਸੀ। ਖੈਰ ਅਬ ਪਛਤਾਏ ਕਿਆ ਹੋ, ਜਬ ਚਿੜੀਆਂ ਚੌਗੀ ਖੇਤ, अब क्या सोचे क्या होना है, अगर न करता क्या होगा, पहले सोचा होता पागल, अब रोने से क्या होगा। ਸਰਦਾਰ ਨਛੱਤਰ ਸਿੰਘ ਦੇ ਦੋ ਲੜਕੇ ਸਨ, ਮਹਿੰਗਾ ਅਤੇ ਗੁਰਨਾਮ ਸਿੰਘ। ਦੋਨੇ ਹੀ ਵਿਆਹੇ ਤੇ ਬਾਲ ਬੱਚਿਆਂ ਵਾਲੇ ਸਨ। ਮਹਿੰਗਾ ਸਿੰਘ ਦੇ 3 ਪੁੱਤਰ ਸਨ, ਜਦੋਂ ਕਿ ਗੁਰਨਾਮ ਸਿੰਘ ਦੇ 2 ਲੜਕੀਆਂ ਤੇ 2 ਪੁੱਤਰ ਸਨ। ਸਰਦਾਰ ਨਛੱਤਰ ਸਿੰਘ ਦੇ ਘਰ ਵਿੱਚ ਜਿੰਨਾ ਹੋ ਸਕਿਆ ਇਕੱਠ ਰੱਖਿਆ। ਉਂਝ ਦੋਵੇਂ ਮਹਿੰਗਾ ਸਿੰਘ ਤੇ ਗੁਰਨਾਮ ਸਿੰਘ ਆਪਣੀ ਅਲੱਗ-ਅਲੱਗ ਖੇਤੀ ਕਰਦੇ ਸਨ। ਸਰਦਾਰ ਨਛੱਤਰ ਸਿੰਘ ਆਪਣੇ ਵੱਡੇ ਲੜਕੇ ਮਹਿੰਗਾ ਸਿੰਘ ਨਾਲ ਸੀ। ਮਹਿੰਗਾ ਸਿੰਘ ਦਾ ਵੱਡਾ ਲੜਕਾ ਗੁਰੀ ਪ੍ਰਾਈਵੇਟ ਨੌਕਰੀ ਕਰਨ ਕਰਕੇ ਸ਼ਹਿਰ ਰਹਿੰਦਾ ਸੀ, ਹਫ਼ਤੇ ਮਗਰੋਂ ਘਰ ਆਉਂਦਾ। ਦੂਜੇ ਨੰਬਰ ਵਾਲਾ ਤਾਰੀ ਦੀ BSF 'ਚ ਹਵਾਲਦਾਰ ਸੀ, ਉਸ ਦੀ ਪਤਨੀ ਘਰ ਹੀ ਸੀ। ਤੀਜੇ ਨੰਬਰ ਵਾਲਾ ਕਾਰੀ ਘਰ ਖੇਤੀ ਕਰਦਾ ਸੀ। ਇਹ ਸਭ ਨੂੰ ਕਰਕੇ ਮਹਿੰਗਾ ਸਿੰਘ ਦਾ ਕੰਮ ਚੰਗਾ ਸੀ। ਖੇਤੀ ਦੇ ਨਾਲ ਨਾਲ ਦੋਵਾਂ ਮੁੰਡਿਆਂ ਦੀ ਤਨਖਾਹ ਵੀ ਆਉਂਦੀ ਸੀ। ਇਸ ਕਰਕੇ ਉਹ 4 ਏਕੜ ਜ਼ਮੀਨ, ਟਰੈਕਟਰ ਤੇ ਹੋਰ ਸੰਦ ਵੀ ਲੈ ਕੇ ਰੱਖੇ ਸਨ। ਦੂਜੇ ਪਾਸੇ ਗੁਰਨਾਮ ਸਿੰਘ ਦਾ ਕੰਮ ਨਾ ਵਧੀਆ ਤੇ ਨਾ ਹੀ ਮਾੜਾ ਸੀ, ਬਸ ਗੁਜ਼ਾਰਾ ਹੀ ਸੀ। ਉਸ ਦੀਆਂ ਲੜਕੀਆਂ ਤੇ ਮੁੰਡੇ ਦਾ ਸਰਦਾਰ ਨਛੱਤਰ ਸਿੰਘ ਨੇ ਸਾਂਝੇ ਟੱਬਰ 'ਚ ਵਿਆਹ ਦਿੱਤੇ ਸਨ। ਸਰਦਾਰ ਨਛੱਤਰ ਸਿੰਘ ਦੇ ਮਰਨ ਤੋਂ ਬਾਅਦ ਘਰ ਦੀ ਵਾਂਗਡੋਰ ਮਹਿੰਗਾ ਸਿੰਘ ਦੇ ਕੋਲ ਆ ਗਈ। ਗੁਰਨਾਮ ਸਿੰਘ ਦੇ ਘਰ ਦੀ ਤਾਂ ਪਹਿਲਾਂ ਹੀ ਗੁਰਨਾਮ ਸਿੰਘ ਦੀ ਵੱਡੀ ਨੂੰਹ ਕੋਲ ਸੀ। ਹੁਣ ਆਪਸੀ ਬੋਲ ਚਾਲ ਬਸ ਦਿਖਾਵੇ ਦਾ ਹੀ ਰਹਿ ਗਿਆ ਸੀ। ਅੰਦਰੋਂ ਅੰਦਰ ਗੁਰਨਾਮ ਸਿੰਘ ਮਹਿੰਗਾ ਸਿੰਘ ਨੂੰ ਕੁਝ ਨਾ ਕੁਝ ਗਲਤ ਖ਼ਬਰਾਂ ਦਿੰਦਾ ਰਹਿੰਦਾ। ਮਾੜੀ ਕਿਸਮਤ ਮਹਿੰਗਾ ਸਿੰਘ ਦੇ ਛੋਟੇ ਲੜਕੇ ਕਾਰੀ ਦੀ ਅਚਾਨਕ ਮੌਤ ਹੋ ਗਈ। ਕਾਰੀ ਦੀ ਇੱਕ ਹੀ ਲੜਕੀ ਸੀ। ਕਾਰੀ ਦੀ ਮੌਤ ਤੋਂ 6 ਮਹੀਨੇ ਬਾਅਦ ਹੀ ਮਹਿੰਗਾ ਸਿੰਘ ਦੀ ਘਰ ਵਾਲੀ ਮਿੰਦੋ ਵੀ ਚੱਲ
ਵਸੀ। ਹੁਣ ਮਹਿੰਗਾ ਸਿੰਘ ਨੂੰ ਕੋਈ ਰੋਕਣ ਵਾਲਾ ਕੋਈ ਨਹੀਂ ਸੀ। ਉਂਝ ਵੀ ਮਹਿੰਗਾ ਸਿੰਘ ਪਹਿਲਾਂ ਹੀ ਸ਼ਰਾਬ ਪੀਂਦਾ ਸੀ, ਪਰ ਹੁਣ ਖੁੱਲ੍ਹ ਹੋ ਗਈ। ਦੋਨਾਂ ਮੁੰਡੇ ਕੰਮ 'ਤੇ ਹੁੰਦੇ ਘਰ। ਮਹਿੰਗਾ ਸਾਹਿਬ ਸ਼ਰਾਬ ਪੀਂਦਾ, ਬੱਕਰੇ ਬੁਲਾਉਂਦਾ, ਗੱਲ-ਗੱਲ 'ਤੇ ਰੋਟੀ ਵਾਲੀ ਥਾਲੀ ਵਗਾਹ ਮਾਰਦਾ, ਮੁੰਡਿਆਂ ਨੂੰ ਬੇਦਖਲ ਕਰਨ ਦੀਆਂ ਧਮਕੀਆਂ ਦਿੰਦਾ। ਗੁਰਨਾਮ ਸਿੰਘ ਦੇ ਪਿੰਡ ਦੇ ਕੁਝ ਬੰਦੇ ਤਰ੍ਹਾਂ-ਤਰ੍ਹਾਂ ਦੀਆਂ ਉਲਟੀਆਂ ਸਲਾਹਾਂ ਵੀ ਦਿੰਦੇ। ਹੁਣ ਤੂੰ ਛੋਟੀ ਵਹੁਟੀ ਦਾ ਖਿਆਲ ਰੱਖ, ਨਾਲੇ ਹੁਣ ਤੇ ਘੋੜਾ ਤੇ ਮਰਦ ਕਦੇ ਬੁੱਢੇ ਨਹੀਂ ਹੁੰਦੇ, ਬਸ ਖੁਰਾਕ ਚਾਹੀਦੀ ਹੈ। ਨਾਲ ਹੀ ਨਾਲ ਹਰ ਗੱਲ ਗੁਰਨਾਮ ਸਿੰਘ ਘਰ ਜਾ ਗੁਰੀ ਤੇ ਤਾਰੀ ਦੀਆਂ ਵਹੁਟੀਆਂ ਨੂੰ ਗੱਲਾਂ-ਗੱਲਾਂ 'ਚ ਜਾ ਦੱਸਦਾ। ਮਹਿੰਗਾ ਸਿੰਘ ਦੀ ਗੱਲ ਫਲਾਨੀ ਬੁੱਢੀ ਨਾਲ ਹੈ, ਕਾਰੀ ਦੀ ਵਹੁਟੀ ਤੇ ਡੋਰੇ ਪਾ ਰਿਹਾ। ਇੱਕ ਦਿਨ ਮਹਿੰਗਾ ਸਿੰਘ ਨੇ ਦੋਨੇ ਮੁੰਡਿਆਂ ਨੂੰ ਘਰ 'ਚੋਂ ਅਲੱਗ ਕਰ ਦਿੱਤਾ ਤੇ ਆਪ ਆਪਣਾ ਗੁਜ਼ਾਰਾ ਆਪਣੀ ਨੌਕਰੀ 'ਤੇ ਕਰੋ। ਦਾਣੇ ਤੇ ਪਸ਼ੂਆਂ ਦਾ ਚਾਰਾ ਮੈਂ ਖੇਤ 'ਚ ਦੇ ਦੇਵਾਂਗਾ, ਪਰ ਪੱਠੇ ਵੱਢਣਗੇ ਆਪੇ ਹੀ, ਵਹੁਟੀਆਂ ਵੱਢਣ ਜਾਂ ਬੱਚੇ। ਬਾਕੀ ਆਮਦਨ 'ਚ ਆਪ ਦਾ ਕੋਈ ਹੱਕ ਨਹੀਂ। ਕਾਰੀ ਦੀ ਵਹੁਟੀ ਨਾਲ ਮੈਂ ਰਹੂੰਗਾ। ਹੌਲੀ-ਹੌਲੀ ਸਭ ਠੀਕ-ਠਾਕ ਚੱਲ ਰਿਹਾ ਸੀ। ਗੁਰਨਾਮ ਸਿੰਘ ਨੇ ਗੁਰੀ ਨੂੰ ਗੱਲਾਂ-ਗੱਲਾਂ 'ਚ ਜ਼ਮੀਨ ਦੀ ਫਰਦ ਲੈਣ ਲਈ ਸ਼ਹਿਰ ਤੋਂ ਨਾਲ ਲੈ ਲਿਆ। ਗੁਰਨਾਮ ਸਿੰਘ ਦੀ ਫਰਦ ਦੇ ਨਾਲ ਮਹਿੰਗਾ ਸਿੰਘ ਦੀ ਫਰਦ ਤਾਂ ਆਉਣੀ ਹੀ ਸੀ। ਗੁਰੀ ਨੇ ਜਦੋਂ ਫਰਦ ਪੜ੍ਹੀ ਤਾਂ ਉਹ ਚੱਕਰ ਖਾ ਡਿੱਗ ਪਿਆ। ਗੁਰੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਗੁਰੀ ਦੀ ਘਰਵਾਲੀ ਤੇ ਤਾਰੀ ਦੇ ਬੱਚੇ ਹਫ਼ਤਾ ਭਰ ਹਸਪਤਾਲ ਰਹੇ, ਪਰ ਮਹਿੰਗਾ ਸਿੰਘ ਤੇ ਕਾਰੀ ਦੀ ਵਿਧਵਾ ਹਸਪਤਾਲ ਤੱਕ ਨਾ ਗਏ। ਤਾਰੀ ਵੀ ਛੁੱਟੀ ਆ ਗਿਆ। ਹਫ਼ਤੇ ਕੁ ਬਾਅਦ ਗੁਰੀ ਨੇ ਦੱਸਿਆ ਕਿ ਬਾਪੂ ਨੇ ਅੱਧੀ ਤੋਂ ਵੱਧ ਅਤੇ ਅਲਬ ਜ਼ਮੀਨ ਮੋਟਰ ਕਾਰੀ ਦੀ ਵਿਧਵਾ ਦੇ ਨਾਂ ਕਰ ਦਿੱਤੀ ਅਤੇ ਘਰ ਕਾਰੀ ਦੀ ਕੁੜੀ ਦੇ ਨਾਂ ਬਹਿ ਹੀ ਕਰ ਦਿੱਤਾ, ਉਹ ਵੀ 2 ਸਾਲ ਪਹਿਲਾਂ ਤੋਂ। ਜਦੋਂ ਇਹ ਗੱਲ ਤਾਰੀ ਤੇ ਹੋਰ ਪਰਿਵਾਰ ਮੈਂਬਰਾਂ ਤੱਕ ਪਤਾ ਲੱਗੀ ਤਾਂ ਘਰ 'ਚ ਰੋਣਾ ਪਿੱਟਣਾ ਪੈ ਗਿਆ। ਘਰ ਦਾ ਹਰ ਮੈਂਬਰ ਉਦਾਸ ਹੋ ਗਿਆ। ਜਿਸ ਵੀ ਰਿਸ਼ਤੇਦਾਰ ਨੂੰ ਪਤਾ ਲੱਗਾ, ਘਰ ਖ਼ਬਰ ਨੂੰ ਆਉਣ ਲੱਗੇ। ਪੰਚਾਇਤ ਮੈਂਬਰਾਂ, ਸਿਆਣੇ ਬੰਦਿਆਂ ਤੇ ਹੋਰ ਸਭ ਸਾਂਝੀ ਰਿਸ਼ਤੇਦਾਰੀਆਂ 'ਚ ਗੱਲਬਾਤ ਕੀਤੀ, ਪਰ ਮਹਿੰਗਾ ਸਿੰਘ ਅੜ ਗਿਆ ਕਿ ਸਾਹੇ ਦੀਆਂ 3 ਹੀ ਲੱਤਾਂ ਹੁੰਦੀਆਂ, 4 ਨਹੀਂ। ਮੈਂ ਮਾਲਕ ਹਾਂ, ਮੇਰੀ ਮਰਜ਼ੀ। ਕਾਰੀ ਦੀ ਵਿਧਵਾ ਵੀ ਕਹਿੰਦੀ, ਬਾਪੂ ਮਾਲਕ ਹੈ, ਜੋ ਮਰਜ਼ੀ ਕਰੇ। ਦੋਗਲੇ ਲੋਕ ਤੇ ਦੋਗਲੇ ਰਿਸ਼ਤੇਦਾਰ ਤਾਰੀ ਨੂੰ ਕੁਝ ਤੇ ਮਹਿੰਗਾ ਸਿੰਘ ਨੂੰ ਕੁਝ ਕਹਿਣ ਲੱਗੇ। ਤਾਰੀ ਵਕੀਲ ਕਰਕੇ ਕੇਸ ਕਰਕੇ ਮਹਿੰਗਾ ਸਿਉਂ ਜ਼ਮੀਨ ਦੇ ਹੱਥ ਨਾ ਵਢਾ ਲਵੀਂ, ਬਿਨਾਂ ਜ਼ਮੀਨ ਕਿਸੇ ਰੋਟੀ ਨਹੀਂ ਦੇਣੀ। ਅਖੀਰ ਤਾਰੀ ਦੀ ਵਾਪਸ ਛੁੱਟੀ ਕੱਟ ਜੂਨਟ ਚਲਾ ਗਿਆ। ਬਹੁਤ ਕੋਸ਼ਿਸ਼ਾਂ ਕਰਨ ਤੇ ਮਹਿੰਗਾ ਸਿੰਘ ਇਸ ਗੱਲ ਤੇ ਮੰਗਿਆ ਕਿ ਮੇਰਾ ਅੱਧਾ ਕਰਜ਼ਾ ਇਹ ਦੋਨੇ ਲਾਉਣ ਤਾਂ ਮੈਂ ਇੱਕ ਖੇਤ ਰੱਖ ਬਾਕੀ ਦੋਨਾਂ ਦੇ ਨਾਮ ਬਹਿ ਕਰ ਦਿੰਦਾ। ਵਸੀਅਤ ਕਰ ਦੇਵਾਂਗਾ ਕਿ ਮੇਰੇ ਮਗਰੋਂ ਮੇਰੇ ਇੱਕ ਖੇਤ ਦੇ ਇਹ ਦੋਨੇ ਹੱਕਦਾਰ ਹੋਣਗੇ। ਜਦੋਂ ਬੈਂਕ ਦੇ ਕਰਜ਼ੇ ਦੀ ਪੜਤਾਲ ਕੀਤੀ ਤੇ 8 ਲੱਖ ਸੀ, ਜੋ ਅਜੇ ਮਹੀਨਾ ਕੁ ਪਹਿਲਾਂ ਹੀ ਚੱਕਿਆ ਸੀ। ਗੁਰੀ ਤੇ ਤਾਰੀ ਕੀ ਕਰਦੇ ਤੇ ਮਜਬੂਰਨ ਅੱਕ ਚੱਬਣਾ ਪਿਆ। ਹੱਥ ਉਧਾਰ ਫੜ 4 ਲੱਖ ਬੈਂਕ ਜਮ੍ਹਾਂ ਕਰਾ ਦੂਜੇ ਦਿਨ ਸ਼ਹਿਰ ਤਸੀਲੇ ਪੁੱਜੇ, ਪਰ ਰਾਤ 'ਚ ਸ਼ਰੀਕੇ ਦੀ ਚੁੱਕ ਦੋਗਲੇ ਰਿਸ਼ਤੇਦਾਰਾਂ ਦੀ ਸਿੱਖਿਆ 'ਚ ਆ ਮਹਿੰਗਾ ਸਿੰਘ ਫੇਰ ਵਿਟਰ ਗਿਆ ਕਿ ਮੈਂ ਤਾਂ 1.5 ਹੀ ਦੇਵਾਂਗਾ, ਉਹ ਵੀ ਦੂਰ ਵਾਲਾ, ਬਾਕੀ ਨਹੀਂ। ਬਾਕੀ ਮੇਰੇ ਮਗਰੋਂ ਇਹਨਾਂ ਦੀ ਹੋ ਜਾਵੇਗੀ। ਚਲੋ ਜਾਂਦੇ ਚੋਰ ਦੀ ਪੱਗ ਹੀ ਸਹੀ ਸਮਝ ਦੋਨਾਂ ਨੂੰ 3 ਖੇਤ 'ਤੇ ਸਬਰ ਕਰਨਾ ਪਿਆ। 2 ਸਾਲ ਮਗਰੋਂ ਤਾਰੀ ਨੌਕਰੀ ਕਰ ਘਰ ਆ ਗਿਆ। ਗੁਜ਼ਾਰਾ ਮੁਸ਼ਕਲ ਹੋਣ ਕਰਕੇ ਉਹ 8,000 ਰੁਪਏ 'ਚ ਰਾਤ ਦੀ ਨੌਕਰੀ ਕਰਨ ਲੱਗ ਪਿਆ। ਸਾਲ ਪਿੱਛੋਂ ਮਹਿੰਗਾ ਸਿੰਘ ਨੇ ਬਾਕੀ ਜ਼ਮੀਨ ਵੀ ਕਾਰੀ ਦੀ ਵਿਧਵਾ ਨੂੰ ਲਿਖ ਦਿੱਤੀ। ਜਦੋਂ ਇਹ ਖਬਰ ਗੁਰੀ ਤੇ ਤਾਰੀ ਨੂੰ ਪਤਾ ਲੱਗੀ ਤਾਂ ਗੁਰੀ ਇਹ ਸਦਮਾ ਨਾ ਝੱਲ ਸਕਿਆ। ਬਿਮਾਰ ਤਾਂ ਪਹਿਲਾਂ ਹੀ ਸੀ, ਹਿੰਮਤ ਹਾਰ ਗਿਆ ਤੇ ਚੱਲ ਵਸਿਆ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਸਮੇਂ ਨੇ ਪਾਣੀ ਦੀ ਛੱਲ ਵਾਂਗ ਪਲਟਾ ਮਾਰਿਆ। ਗੁਰੀ ਦੀ ਪਤਨੀ ਦੀ ਭੈਣ ਸਮੇਤ ਪਰਿਵਾਰ ਸਮੇਤ ਅਮਰੀਕਾ ਚਲੀ ਗਈ। ਪਿੱਛੇ ਸਾਰੀ ਜ਼ਮੀਨ ਜਾਇਦਾਦ, ਘਰ ਕੋਠੀ ਟਰੈਕਟਰ ਗੁਰੀ ਦੀ ਪਤਨੀ ਨੂੰ ਇਹ ਕਹਿ ਕੇ ਦੇ ਗਈ, ਇਹ ਸਭ ਚੀਜ਼ਾਂ ਦੀ ਆਪ ਵਰਤੋਂ ਕਰੋ, ਖੇਤੀ ਕਰੋ, ਸਾਨੂੰ ਕੋਈ ਮਾਵਲਾ ਨਹੀਂ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਪਿੰਡ ਆਈਏ ਤਾਂ ਘਰ ਵਸਦਾ ਮਿਲੇ। ਗੁਰੀ
ਦੀ ਵਿਧਵਾ ਪਤਨੀ ਆਪਣੇ ਬੱਚਿਆਂ ਨਾਲ ਉੱਥੇ ਚਲੀ ਗਈ। ਗੁਰੀ ਦਾ ਮੁੰਡਾ 16 ਕਿੱਲਿਆਂ ਦੀ ਖੇਤੀ ਕਰਨ ਲੱਗਾ। ਸੰਦ ਸਭ ਪਹਿਲਾਂ ਹੀ ਸਨ। ਚੰਗੀ ਆਮਦਨ ਹੋਣ ਲੱਗ ਪਈ। ਅੱਜ ਕੱਲ੍ਹ ਗੁਰੀ ਦਾ ਮੁੰਡਾ ਉਸ ਪਿੰਡ ਦੇ ਮੋਤਬਰਾਂ ਦੀ ਲਿਸਟ ਵਿੱਚ ਆਉਂਦਾ ਹੈ। ਸਰਬਸੰਮਤੀ ਨਾਲ ਪੰਚ ਚੁਣਿਆ ਗਿਆ। ਗੁਰੀ ਦੀ ਵੱਡੀ ਕੁੜੀ ਦਾ ਰਿਸ਼ਤਾ ਮਾਸੀ ਨੇ ਕਰਵਾ ਦਿੱਤਾ। ਉੱਧਰ ਤਾਰੀ ਦੇ ਮੁੰਡਿਆਂ ਨੂੰ ਜੋ ਦਾਦਾ ਮਹਿੰਗਾ ਸਿੰਘ ਨੇ ਸੱਟ ਮਾਰੀ ਸੀ, ਮੁੰਡਿਆਂ ਨੇ ਚੰਗੀ ਪੜ੍ਹਾਈ ਕੀਤੀ। ਵੱਡਾ ਮੁੰਡਾ ਬਿਜਲੀ ਮਹਿਕਮੇ 'ਚ SDO ਭਰਤੀ ਹੋ ਗਿਆ। ਦੂਜਾ ਮੁੰਡਾ ਅਧਿਆਪਕ ਲੱਗ ਗਿਆ। ਦੋਨਾਂ ਦੇ ਵਿਆਹ ਵੀ ਨੌਕਰੀ ਕਰਦੀਆਂ ਕੁੜੀਆਂ ਨਾਲ ਹੋ ਗਏ। ਪਰ ਬੁਢਾਪੇ 'ਚ ਜਵਾਨੀ ਲਿਆਉਣ ਦੇ ਚੱਕਰ 'ਚ ਮਹਿੰਗਾ ਸਿੰਘ ਮੀਟ ਸ਼ਰਾਬ ਦੇ ਨਾਲ ਹੋਰ ਦਵਾਈਆਂ ਵੀ ਖਾਂਦਾ ਹੋਣ ਕਰਕੇ ਬਲੱਡ ਪ੍ਰੈਸ਼ਰ, ਬਵਾਸੀਰ ਬਿਮਾਰੀਆਂ ਦਾ ਮਰੀਜ਼ ਹੋ ਗਿਆ। ਸਾਰਾ ਸਰੀਰ ਕਮਜ਼ੋਰ ਹੋ ਗਿਆ। ਹੁਣ ਖੇਤੀ ਦਾ ਕੰਮ ਵੀ ਨਾ ਹੁੰਦਾ, ਸੋ ਖੇਤੀ ਦੇ ਸਾਰੇ ਸੰਦ ਕਾਰੀ ਦੀ ਵਿਧਵਾ ਨੇ ਵੇਚ ਦਿੱਤੇ। ਮਹਿੰਗਾ ਸਿੰਘ ਨੇ ਮੰਜਾ ਮੱਲ ਲਿਆ। ਜਦੋਂ ਦਿਲ ਕਰਦਾ ਕਾਰੀ ਵਿਧਵਾ ਦੀ ਰੋਟੀ ਫੜਾ ਜਾਂਦੀ, ਕਦੇ ਤਾਂ ਉਹ ਘਰੋਂ ਬਾਹਰ ਜਾਂਦੀ, ਬਾਹਰ ਤੋਂ ਤਾਲਾ ਲਗਾ ਜਾਂਦੀ। ਮਹਿੰਗਾ ਸਿੰਘ ਸਾਰਾ ਦਿਨ ਭੁੱਖਾ ਭਾਣਾ ਰਹਿੰਦਾ, ਆਪਣੀ ਗਲਤੀ 'ਤੇ ਪਛਤਾਉਂਦਾ, ਪਰ ਕੁਝ ਨਹੀਂ ਸੀ ਕਰ ਸਕਦਾ। ਅਬ ਪਛਤਾਵੇ ਕਿਆ ਹੋਵਤ ਜਬ ਚਿੜੀਆਂ ਚੋਗੀ ਖੇਤ। ਇੱਕ ਦਿਨ ਉਹ ਵੀ ਹੋਇਆ ਕਿ ਜੋ ਹਮੇਸ਼ਾ ਦੀ ਸੱਚਾਈ ਹੈ, ਪ੍ਰਾਣ ਪਖੀਰੂ ਦੁਪਹਿਰ ਨੂੰ ਹੀ ਉੱਡ ਗਏ। ਤਾਰੀ ਦੀ ਵਿਧਵਾ ਸ਼ਾਮ ਨੂੰ ਘਰ ਆਈ ਤੇ ਦੇਖਿਆ, ਪਰ ਉਹ ਕੁਝ ਨਾ ਬੋਲੀ। ਦੂਜੇ ਦਿਨ ਸਵੇਰੇ ਪਿੰਡ ਦੇ ਆਂਢ ਗਵਾਂਢੀ ਚਾਚੇ ਨੂੰ ਜ਼ਿਆਦਾ ਬਿਮਾਰ ਹੋਣ ਦੀ ਆਵਾਜ਼ ਦਿੱਤੀ। ਜਦੋਂ ਗੁਰਨਾਮ ਸਿੰਘ ਪੁੱਜਾ ਤਾਂ ਉਹ ਰੋਣ ਲੱਗ ਪਈ ਕਿ ਹੁਣੇ ਹੀ ਸਵਾਸ ਦਿੱਤੇ ਹਨ। ਸੰਸਕਾਰ ਉੱਤੇ ਗੁਰੀ ਤੇ ਤਾਰੀ ਦੇ ਪਰਿਵਾਰ 'ਚੋਂ ਕੋਈ ਨਹੀਂ ਗਿਆ। 6-7 ਮਹੀਨੇ ਮਗਰੋਂ ਕਾਰੀ ਦੀ ਵਿਧਵਾ ਨੇ ਕੁੜੀ ਦਾ ਵਿਆਹ ਕਰ ਦਿੱਤਾ। ਮੁੰਡੇ ਤੇ ਕੁੜੀ ਇਕੱਠੇ ਹੀ ਪੜ੍ਹਦੇ ਸਨ। ਘਰ 'ਚ ਕੋਈ ਸਿਆਣਾ ਮਰਦ ਤਾਂ ਸੀ ਨਹੀਂ, ਕੋਈ ਦੋਨੇ ਜਠਾਣੀਆਂ ਨਾਲ ਬੋਲ ਚਾਲ ਵੀ ਨਹੀਂ ਸੀ, ਜੋ ਜ਼ਿਆਦਾ ਮੁੰਡੇ ਬਾਰੇ ਪੁੱਛ ਪੜਤਾਲ ਕੋਈ ਖਾਸ ਨਾ ਕੀਤੀ। ਕੁੜੀ ਮੁੰਡੇ ਦੀ ਚੱਲ ਗਈ ਸੀ। 2 ਕੁ ਸਾਲਾਂ ਤੋਂ ਵਧੀਆ ਨਿਕਲੇ। ਇੱਕ ਬੱਚੀ ਦਾ ਜਨਮ ਵੀ ਹੋ ਗਿਆ। ਗੱਲ ਘਰ ਦੀ ਦਹਿਲੀਜ਼ ਤੋਂ ਬਾਹਰ ਨਿਕਲ ਗਈ। ਮੁੰਡਾ ਨਸ਼ਾ ਕਰਦਾ ਸੀ, ਨਸ਼ਾ ਵੀ ਨਾ ਮਰਾਦ ਜੋ ਘਰ ਉਜਾੜ ਦਿੰਦਾ, ਚਿੱਟਾ। ਕੁੜੀ ਨੂੰ ਕਹਿ ਕੇ ਉਸਨੇ ਸਾਰੀ ਜ਼ਮੀਨ ਇਹ ਕਹਿੰਦੇ ਵੇਚ ਦਿੱਤੀ ਕਿ ਸਾਰੀ ਜ਼ਮੀਨ ਇੱਕ ਥਾਂ ਕਰ ਲੈਂਦੇ ਹਾਂ। ਕੁੜੀ ਨੇ ਆਪਣੀ ਮਾਂ ਨਾਲ ਗੱਲ ਕਰ ਸਾਰੀ ਜ਼ਮੀਨ ਜਾਇਦਾਦ ਵੇਚ ਦਿੱਤੀ। ਕੁਝ ਜ਼ਮੀਨ ਖਰੀਦ ਲਈ। ਪਹਿਲੇ ਮਕਾਨ ਤੋੜ ਕੋਠੀ ਪਾ ਲਈ। ਕਾਰ ਤੇ ਹੋਰ ਸਭ ਸਮਾਨ ਲੈ ਅਮੀਰੀ ਠਾਠ ਨਾਲ ਰਹਿਣ ਲੱਗੇ। ਅੰਦਰੋਂ ਹਰ 6 ਮਹੀਨੇ ਮਗਰੋਂ ਕੁਝ ਜ਼ਮੀਨ ਵੇਚ ਦਿੰਦਾ। ਹੌਲੀ ਸਾਰੀ ਜ਼ਮੀਨ ਬੰਨੇ ਲਾ ਦਿੱਤੀ। ਰੋਟੀ ਪਾਣੀ ਦਾ ਹੁਣ ਔਖਾ ਹੋ ਗਿਆ। ਘਰ ਵਿੱਚ ਲੜਾਈ ਝਗੜਾ ਨਿੱਤ ਦਾ ਹੋਣ ਲੱਗਾ। ਕਾਰੀ ਦੀ ਵਿਧਵਾ ਲਈ ਹੁਣ ਔਖਾ ਹੋ ਗਿਆ ਉੱਥੇ ਰਹਿਣਾ। ਹੁਣ ਜਵਾਈ ਘਰ ਕਿਵੇਂ ਰਹੇ? ਉਹ ਕੁੜੀ ਨੂੰ ਵੀ ਮਾਰਦਾ ਕੁੱਟਦਾ ਤੇ ਛਡਾਉਣ ਆਈ ਸੱਸ ਵੀ ਝੰਬੀ ਜਾਂਦੀ। ਆਖਰ ਤੰਗ ਆ ਕਾਰੀ ਦੀ ਵਿਧਵਾ ਹੁਣ ਘਰੋਂ ਅਚਾਨਕ ਬਿਨਾਂ ਦੱਸੇ ਪਟਨਾ ਸਾਹਿਬ ਚਲੀ ਗਈ। ਪਿੰਡ ਵਿੱਚ ਘਰ ਵੀ ਨਹੀਂ ਸੀ, ਜ਼ਮੀਨ ਨਾਲ ਹੀ ਉਹ ਵੇਚ ਦਿੱਤਾ ਸੀ। ਹੁਣ ਉਹ ਉੱਥੇ ਹੀ ਸੇਵਾ ਕਰਦੀ ਤੇ ਅੰਨ ਫੁਲਕਾ ਛਕ ਲੈਂਦੀ। ਅੱਜ ਉਹ ਆਪਣੀ ਗਲਤੀ 'ਤੇ ਪਛਤਾਉਂਦੀ ਅਤੇ ਕਹਿੰਦੀ, ਜਨਾਨੀ ਦੀ ਮੱਤ ਤਾਂ ਸਭ ਨੂੰ ਪਤਾ ਹੀ ਆ, ਪਰ ਜੇ ਉਹ ਕਲਯੁਗੀ ਬਾਪੂ ਜ਼ਮੀਨ ਘੱਟ ਵੱਧ ਨਾ ਲਿਖਦਾ ਤਾਂ ਮੇਰਾ ਘਰ ਨਾ ਉੱਜੜਦਾ। ਮੇਰੀ ਧੀ ਵੀ ਆਪਣੇ ਭਰਾਵਾਂ ਦੇ ਨਾਲ ਸੁਖੀ ਵਸਦੀ, ਉਸ ਨੂੰ ਵੀ ਲੋਹੜੀ ਤੀਆਂ ਦਾ ਚਾਅ ਹੁੰਦਾ। ਇਹ ਮੇਰੀ ਕਹਾਣੀ ਚੰਗੀ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ। ਧੰਨਵਾਦ ਦੋਸਤੋ।